ਡਿੰਪੀ ਢਿੱਲੋਂ ਤੋਂ ਘੱਟ ਨਹੀਂ ਕਰਤਾਰ ਬੱਸਾਂ ਵਾਲੇ ਹੈਨਰੀ। ਡਿੰਪੀ ਢਿੱਲੋਂ ਤੋਂ ਵੱਧ ਹੈ ਹੈਨਰੀ ਦੀ ਸੰਪत्ति। ਹੈਨਰੀ ਪਿਓ ਪੁੱਤ ਨੂੰ ਟਰਾਂਸਪੋਰਟ ਤੇ ਬਿਜ਼ਨਸ ਨੇ ਕੀਤਾ ਮਾਲਾਮਾਲ। ਪੰਜਾਬ 'ਚ ਜਦੋਂ ਵੀ ਟਰਾਂਸਪੋਰਟ ਮਾਫੀਆ ਦੀ ਗੱਲ ਆਉਂਦੀ ਹੈ ਤਾਂ ਕਾਂਗਰਸ ਵੱਲੋਂ ਸਭ ਤੋਂ ਪਹਿਲਾਂ ਅਕਾਲੀ ਦਲ ਦੇ ਲੀਡਰਾਂ ਉੱਤੇ ਨਿਸ਼ਾਨੇ ਲਾਏ ਜਾਂਦੇ ਨੇ। ਬਾਦਲ ਪਰਿਵਾਰ ਤੇ ਡਿੰਪੀ ਢਿੱਲੋਂ ਬੀਤੇ ਕਾਫੀ ਸਮੇਂ ਤੋਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੇ ਨਿਸ਼ਾਨੇ ਉੱਤੇ ਚੱਲ ਰਹੇ ਨੇ। ਟਰਾਂਸਪੋਰਟ ਮੰਤਰੀ ਬਣਦੇ ਹੀ ਰਾਜਾ ਵੜਿੰਗ ਨੇ ਜੋ ਪਹਿਲਾ ਕੰਮ ਕੀਤਾ ਉਹ ਸੀ ਬਾਦਲਾਂ ਤੇ ਡਿੰਪੀ ਢਿੱਲੋਂ ਦੀਆਂ ਬਿਨਾਂ ਪਰਮਿਟ ਚੱਲ ਰਹੀਆਂ ਬੱਸਾਂ ਉੱਤੇ ਕਾਰਵਾਈ। ਪਰ ਇਹ ਬਿਲਕੁਲ ਨਹੀਂ ਹੈ ਕਿ ਰਾਜਨੀਤੀ ਤੋਂ ਇਲਾਵਾ ਟਰਾਂਸਪੋਰਟ ਦਾ ਬਿਜ਼ਨਸ ਚਲਾਉਣ ਵਾਲਿਆਂ 'ਚ ਸਿਰਫ ਅਕਾਲੀ ਲੀਡਰ ਹੀ ਸ਼ਾਮਲ ਨੇ। ਕਈ ਕਾਂਗਰਸੀ ਨੇਤਾ ਵੀ ਨੇ ਜਿਨ੍ਹਾਂ ਦੀਆਂ ਬੱਸਾਂ ਧੜੱਲੇ ਨਾਲ ਪੰਜਾਬ ਦੀਆਂ ਸੜਕਾਂ ਤੇ ਚੱਲ ਰਹੀਆਂ ਨੇ। ਰਾਜਾ ਵੜਿੰਗ ਦਮ ਭਰਦੇ ਨੇ ਕਿ ਕਈ ਕਾਂਗਰਸੀ ਲੀਡਰਾਂ ਦੀਆਂ ਬੱਸਾਂ ਉੱਤੇ ਵੀ ਕਾਰਵਾਈ ਕੀਤੀ ਗਈ ਹੈ ਤੇ ਇਹਨਾਂ ਚੋਂ ਇੱਕ ਹੈ ਜਲੰਧਰ ਨਾਰਥ ਹਲਕੇ ਤੋਂ ਵਿਧਾਇਕ ਅਵਤਾਰ ਹੈਨਰੀ ਜੂਨੀਅਰ ਉਰਫ ਬਾਵਾ ਹੈਨਰੀ। ਹਾਲਾਂਕਿ ਜਦੋਂ ਬਾਵਾ ਹੈਨਰੀ ਨੂੰ ਕਰਤਾਰ ਬੱਸਾਂ ਇੰਪੋਰਟ ਹੋਣ ਬਾਰੇ ਪੁੱਛਿਆ ਸੀ ਤਾਂ ਉਦੋਂ ਉਹ ਹੱਸ ਕੇ ਇਸ ਨੂੰ ਟਾਲ ਗਏ ਸੀ। ਅੱਜ ਸਾਡੇ ਬਿਲਕੁਲ ਡੇਢ ਮਹੀਨੇ ਪਹਿਲਾਂ ਨਵੇਂ ਵਜ਼ੀਰ ਬਣੇ ਹੈਗੇ ਆ ਤੇ ਉਹ ਰਾਜਾ ਜੀ ਉਹ ਵੀ ਲਗਾਤਾਰ ਬੜੀ ਮੁਸ਼ੱਕਤ ਕਰਕੇ ਤੁਸੀਂ ਦੇਖ ਰਹੇ ਹੋ ਰੋਜ਼ ਭਾਵੇਂ ਉਹ ਬੱਸ ਸਟੈਂਡ ਦੀ ਚੈਕਿੰਗ ਕਰ ਰਹੇ ਆ। ਬੱਸਾਂ ਤੁਹਾਡੀਆਂ ਵੀ ਇੰਪਾਊਂਡ ਕੀਤੀਆਂ ਉਹਨਾਂ ਨੇ, ਉਹ ਕਿਉਂ ਕੀਤੀਆਂ? ਉਹ ਬੜੀ ਮੁਸ਼ੱਕਤ ਕਰ ਰਹੇ ਆ, ਬੱਸ ਸਟੈਂਡਾਂ ਦੇ ਵਿੱਚ ਵੀ ਜਾ ਰਹੇ ਹੈਗੇ ਆ, ਲੋਕਾਂ ਨਾਲ ਵੀ ਗੱਲ ਕਰ ਰਹੇ ਆ, ਪੈਸੇਂਜਰਸ ਦੇ ਨਾਲ ਵੀ ਕਰ ਰਹੇ ਆ, ਰੋਡਵੇਜ਼ ਦੇ ਮੁਲਾਜ਼ਮਾਂ ਦੇ ਨਾਲ ਵੀ ਕਰ ਰਹੇ ਆ। ਅਗਰ ਉਹਦੇ ਵਿੱਚ ਤੁਸੀਂ ਵੇਖੋ ਕਿ ਅਗਰ ਇੱਕ ਪਰਮਿਟ ਤੇ 10 ਬੱਸਾਂ ਚੱਲਦੀਆਂ ਹੋਣ ਤੇ ਉਹਦੇ ਸਾਰੀਆਂ ਖੜੀਆਂ ਕਰ ਦਿੰਦੇ। ਅੱਜ ਜਿਹੜੀਆਂ 2 ਇੰਪਾਊਂਡ ਕੀਤੀਆਂ ਨੇ ਉਹ ਪੇਪਰ ਨਹੀਂ ਸੀ ਹੈਗੇ ਉਹਨਾਂ ਦੇ, ਉਹ ਕਿਉਂ ਕੀਤੀਆਂ? ਨਹੀਂ, ਟੈਕਸ ਦਾ ਇਸ਼ੂ ਹੈ। ਅੱਛਾ, ਜਦੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਸੀ ਉਦੋਂ ਵੀ ਅਸੀਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਫਾਈਨੈਂਸ ਮਿਨਿਸਟਰ ਸਾਹਿਬ ਕੋ ਵੀ, ਟਰਾਂਸਪੋਰਟ ਮਿਨਿਸਟਰ ਸਾਹਿਬਾਨ ਕੋਲ ਵੀ ਵੱਖ-ਵੱਖ ਫੋਰਮ ਦੇ ਉੱਤੇ ਅਸੀਂ ਉਹਨਾਂ ਕੋਲ ਜਾ ਚੁੱਕੇ ਹਾਂ ਕਿ ਅਸੀਂ ਉਹਨਾਂ ਨੂੰ ਇਹੀ ਅਪਰੇਜ਼ ਕੀਤਾ ਹੈਗਾ ਕਿ ਇਹਦੇ ਨਾਲ ਇਹ ਕੀਤੇ ਦੇ ਨਾਲ ਡਾਇਰੈਕਟਲੀ 60,000 ਲੋਕ ਜੁੜੇ ਹੋਏ ਨੇ, ਭਾਵੇਂ ਉਹ ਸਾਡੇ ਡਰਾਈਵਰ ਸਾਹਿਬਾਨ ਹੋਣ, ਭਾਵੇਂ ਕੰਡਕਟਰ ਹੋਣ, ਭਾਵੇਂ ਆਫਿਸ ਸਟਾਫ ਹੋਵੇ, ਭਾਵੇਂ ਵਰਕਸ਼ਾਪ ਦਾ ਸਟਾਫ ਹੋਵੇ, ਕਿ ਪ੍ਰਾਈਵੇਟ ਅਦਾਰੇ ਦੇ ਵਿੱਚ 60,000 ਮੁਲਾਜ਼ਮ ਸਾਡੇ ਨਾਲ ਕੰਮ ਕਰ ਰਿਹਾ ਹੈਗਾ। 60,000 ਘਰਾਂ ਦਾ ਅਗਰ ਚੁੱਲ੍ਹਾ ਜਲਦਾ ਹੈਗਾ ਤਾਂ ਉਹ ਟਰਾਂਸਪੋਰਟ ਦੇ ਨਾਲ ਜਲ ਰਿਹਾ ਹੈਗਾ ਤੇ ਇਹਦੇ ਨਾਲ ਅਗਰ ਸੈਕੰਡਰੀ ਜਿਹੜਾ ਹੈਗਾ ਉਹਦੇ ਨਾਲ ਲਗਭਗ 2 ਲੱਖ ਫੈਮਿਲੀ ਸਾਡੇ ਨਾਲ ਹੈਗੀ ਹੈ, ਭਾਵੇਂ ਉਹ ਕੋਈ ਬੰਦਾ ਇਹਦੇ ਦਾ ਪੈਂਚਰ ਲਾ ਰਿਹਾ, ਭਾਵੇਂ ਵਰਕਸ਼ਾਪ ਹੈਗੀ ਹੈ ਹੋਰ। ਤੇ ਇਹ ਅਗਰ ਇਹ ਸਾਨੂੰ ਟੈਕਸ ਰਿਲੀਫ ਤੁਸੀਂ ਨਹੀਂ ਦਿੰਦੇ ਹੋ ਤੇ ਇਹ ਅੱਜ ਤੋਂ 6 ਮਹੀਨੇ ਪਹਿਲਾਂ ਵੀ ਬੰਦ ਸੀ, ਅੱਜ ਵੀ ਬੰਦ ਹੈ ਤੇ 6 ਮਹੀਨੇ ਬਾਅਦ ਵੀ ਅਸੀਂ ਖੜੀਆਂ ਕਰਨ ਨੂੰ ਤਿਆਰ ਹੈਗੇ ਆ ਕਿ ਅਗਰ ਤੁਸੀਂ ਸਾਨੂੰ ਟੈਕਸ ਰਿਲੀਫ ਨਹੀਂ ਦਿੰਦੇ ਤੇ ਤੁਸੀਂ ਸਾਨੂੰ ਸਮਾਂ ਦੇ ਦਿਓ, ਸਾਨੂੰ ਕੰਪਾਊਂਡ ਦੇ ਦਿਓ। ਅਸੀਂ ਸਾਰੇ ਪ੍ਰਾਈਵੇਟ ਜਿਹੜੇ ਟਰਾਂਸਪੋਰਟ ਆਪਰੇਟਰ ਹੈਗੇ ਆ ਉਹ ਆਪਣੀਆਂ ਬੱਸਾਂ ਉੱਥੇ ਖੜੀਆਂ ਕਰ ਦੇਣਗੇ। ਸਾਨੂੰ ਇੱਕ ਪ੍ਰੋਵੀਜ਼ਨ ਕਰ ਦਿਓ ਕਿ ਸਾਨੂੰ ਟੈਂਪਰੇਰੀ ਪਰਮਿਟ ਆਪਣਾ ਦਖਲ ਕਰਨ ਦਾ ਸਮਾਂ ਦੇ ਦਿਓ, ਅਸੀਂ ਉਹ ਪਰਮਿਟ ਤੁਹਾਨੂੰ ਜਮ੍ਹਾਂ ਕਰਾ ਦਾਂਗੇ ਕਿ ਜਦੋਂ ਡੀਜ਼ਲ ਦੇ ਪ੍ਰਾਈਸਿਸ 50 ਰੁਪਏ 60 ਰੁਪਏ ਦੇ ਵਿੱਚ ਆ ਜਾਣਗੇ ਅਸੀਂ ਉਹ ਦੁਬਾਰਾ ਕਰਨ ਨੂੰ ਤਿਆਰ ਹੈਗੀਆਂ। ਬਟ ਉਹਦੇ ਨਾਲ ਲੋਕਾਂ ਦੇ ਉੱਤੇ ਇੱਕ ਬਹੁਤ ਵੱਡਾ ਉਹ 3 ਜਾਣੇ ਸਫ਼ਰ ਕਰਨਗੇ। ਅੱਛਾ, ਬੜਾ ਘੱਟ ਹੁੰਦਾ ਜਦੋਂ ਆਪਣੀ ਸਰਕਾਰ ਹੋਏ ਤੇ ਆਪਣੀ ਸਰਕਾਰ ਦੇ ਵਿੱਚ ਆਪਣੀਆਂ ਬੱਸਾਂ ਜਿਹੜੀਆਂ ਉਹ ਇੰਪਾਊਂਡ ਹੋ ਜਾਣ, ਕਿਉਂਕਿ ਲੋਕ ਬੜਾ ਸਵਾਲ ਕਰਦੇ, ਲੋਕ ਕਹਿੰਦੇ ਨੇ ਕਿ ਓਪੋਜੀਸ਼ਨ ਦੀਆਂ ਇਸ ਤਰੀਕੇ ਦੀਆਂ ਕਾਰਵਾਈਆਂ ਹੁੰਦੀਆਂ ਨੇ, ਤੁਹਾਡੇ ਤੇ ਆਪਣੇ ਮੰਤਰੀ ਨੇ ਤੁਹਾਡਾ ਵੀ ਲਿਹਾਜ਼ ਨਹੀਂ ਕੀਤਾ। ਅਗਰ ਲਿਹਾਜ਼ ਕਰਦੇ ਤਾਂ ਫਿਰ ਤੁਸੀਂ ਕਹਿਣਾ ਸੀ ਕਿ ਪਾਰਸ਼ੈਲਿਟੀ ਕਰਦੇ ਹੈਗੇ ਆ। ਮੈਂ ਰਾਜਾ ਜੀ ਦਾ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਜੋ ਉਹਨਾਂ ਨੇ ਜ਼ੁਬਾਨ ਕੀਤੀ ਸੀ ਕਿ ਮੈਂ ਇਹ ਨਹੀਂ ਦੇਖੂੰਗਾ ਕਿ ਕਿਹਦਾ ਕੀ ਇਸ਼ੂ ਹੈਗਾ, ਕਿ ਉਹ ਕਿਸ ਪਾਰਟੀ ਨਾਲ ਐਸੋਸੀਏਟਡ ਹੈ, ਸਾਰਿਆਂ ਦੇ ਨਾਲ ਇੱਕੋ ਹੀ ਵਤੀਰਾ ਕਰਾਂਗਾ। ਉਸ ਸੰਦਰਭ ਦੇ ਵਿੱਚ ਅਗਰ ਉਸ ਟੈਕਸ ਦੀ ਸਾਡੇ ਅਸੀਂ ਨਹੀਂ ਦੇ ਸਕੇ ਉਹਦੇ ਵਿੱਚ ਸਾਡੀਆਂ ਬੰਦ ਕੀਤੀਆਂ ਤਾਂ ਸਿਰ ਮੱਥੇ ਦੇ ਉੱਤੇ। ਬਟ ਮੈਂ ਤੁਹਾਡੇ ਰਾਹੀਂ ਮੁੱਖ ਮੰਤਰੀ ਪੰਜਾਬ, ਟਰਾਂਸਪੋਰਟ ਮਿਨਿਸਟਰ, ਫਾਈਨੈਂਸ ਮਿਨਿਸਟਰ ਸਾਹਿਬਾਨ ਨੂੰ ਇਹੀ ਗੁਜ਼ਾਰਿਸ਼ ਕਰਦਾ ਐਂਡ ਅਸੀਂ ਉਸ ਦੇ ਲੱਗੇ ਵੀ ਹੋਏ ਹਾਂ। ਸਾਨੂੰ ਇਸ ਹਫ਼ਤੇ ਜਾਂ ਅਗਲੇ ਹਫ਼ਤੇ ਉਹਨਾਂ ਨੇ ਸਾਡੀ ਮੀਟਿੰਗ ਕਾਲ ਕਰਨੀ ਹੈਗੀ ਹੈ ਕਿ ਇਹ ਜਿਸ ਵੀ ਕੀਤੇ ਦੇ ਵਿੱਚ ਰੈਵਨਿਊ ਘਟਦਾ ਹੋਵੇ, ਐਕਸਪੈਂਡੀਚਰ ਵੱਧਦਾ ਹੋਵੇ, ਇਹ ਉਸ ਨਾਲ ਅਸੀਂ ਉਹਨਾਂ ਨੂੰ ਇਹ ਅਪਰੇਜ਼ ਕਰਾਂਗੇ ਕਿ ਇਹ ਸਾਡਾ ਜਿਹੜਾ ਟੈਕਸ ਹੈਗਾ, ਕਿਉਂਕਿ ਹਰ ਰੋਜ਼ ਤੁਸੀਂ ਦੇਖ ਰਹੇ ਹੋ ਕਿ ਇਕੱਲੇ ਇਹ ਟਰਾਂਸਪੋਰਟ ਦੇ ਉੱਤੇ ਨਹੀਂ, ਹਰ ਆਮ ਬੰਦੇ ਦੇ ਉੱਤੇ ਇੱਕ ਬਹੁਤ ਵੱਡਾ ਬੋਝ ਬਣ ਗਿਆ ਹੈਗਾ ਪੈਟਰੋਲ ਤੇ ਡੀਜ਼ਲ ਦੇ ਪ੍ਰਾਈਸਿਸ, ਕਿ ਆਮ ਬੰਦਾ ਜਿਹਨੇ 1 ਲੀਟਰ ਤੇਲ ਪਵਾਉਣਾ ਹੈਗਾ ਉਹਦੀ ਵੀ ਜੇਬ ਦੇ ਉੱਤੇ ਅੱਗ ਲੱਗੀ ਹੋਈ ਹੈਗੀ ਹੈ ਕਿ ਇਹ ਇੰਪੋਸੀਬਲ ਹੈਗਾ ਕਿ ਅਸੀਂ ਇਸ ਕੀਤੇ ਨੂੰ ਚਲਾ ਸਕੀਏ, ਕਿ ਸਾਨੂੰ ਇਹਦੇ ਵਿੱਚ ਰਿਲੀਫ ਦਿੱਤੀ ਜਾਵੇ।
ਬਾਵਾ ਹੈਨਰੀ ਨੂੰ ਸਿਆਸਤ ਤੇ ਟਰਾਂਸਪੋਰਟ ਦਾ ਬਿਜ਼ਨਸ ਆਪਣੇ ਪਿਤਾ ਅਵਤਾਰ ਹੈਨਰੀ ਤੋਂ ਮਿਲਿਆ। ਸੀਨੀਅਰ ਅਵਤਾਰ ਹੈਨਰੀ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਰਹਿ ਚੁੱਕੇ ਨੇ। ਉੱਥੇ ਹੀ ਕਰਤਾਰ ਬੱਸ ਕੰਪਨੀ ਦੇ ਮੈਨੇਜਰ ਤੋਂ ਮਾਲਕ ਤੱਕ ਦਾ ਸਫ਼ਰ ਤੈਅ ਕਰਕੇ ਉਹਨਾਂ ਨੇ ਹੀ ਬਾਵਾ ਹੈਨਰੀ ਦੀ ਕਾਮਯਾਬੀ ਦਾ ਸਫ਼ਰ ਦੌਲਤ ਵਿੱਚ ਲਿਖ ਦਿੱਤਾ। ਕਰਤਾਰ ਬੱਸਾਂ ਤੋਂ ਇਲਾਵਾ ਹੈਨਰੀ ਪਰਿਵਾਰ ਦੇ ਪੈਟਰੋਲ ਪੰਪ ਵੀ ਨੇ, ਜਿਨ੍ਹਾਂ ਤੋਂ ਇਹਨਾਂ ਨੂੰ ਚੌਖੀ ਕਮਾਈ ਹੁੰਦੀ ਹੈ। ਲੀਡਰਾਂ ਦੇ ਠਾਠ ਪਾਠ ਪ੍ਰੋਗਰਾਮ 'ਚ ਅੱਜ ਗੱਲ ਕਰਾਂਗੇ ਉਸੇ ਬਾਵਾ ਹੈਨਰੀ ਦੀ, ਜਿਨ੍ਹਾਂ ਨੂੰ ਆਪਣੇ ਪਿਤਾ ਤੋਂ ਹਰ ਚੀਜ਼ ਤੋਂ ਲੈ ਕੇ ਉਹਨਾਂ ਦਾ ਨਾਮ ਤੱਕ ਮਿਲਿਆ। ਬਾਵਾ ਹੈਨਰੀ ਦੀ ਕੁੱਲ ਸੰਪत्ति ਦੀ ਗੱਲ ਕਰੀਏ ਤਾਂ ਇਹ ਨਿਊ ਦੀਪ ਬੱਸਾਂ ਵਾਲੇ ਡਿੰਪੀ ਢਿੱਲੋਂ ਤੋਂ ਕਿਤੇ ਜ਼ਿਆਦਾ ਹੈ। ਬਾਵਾ ਹੈਨਰੀ ਦੀ ਕੁੱਲ ਸੰਪत्ति 23 ਕਰੋੜ 43 ਲੱਖ 56 ਹਜ਼ਾਰ ਰੁਪਏ ਹੈ, ਜਦੋਂ ਕਿ ਡਿੰਪੀ ਢਿੱਲੋਂ ਦੀ ਕੁੱਲ ਸੰਪत्ति 10 ਕਰੋੜ 38 ਲੱਖ ਹੈ। ਬਾਵਾ ਹੈਨਰੀ ਦੇ ਸਿਰ ਕੋਈ ਕਰਜ਼ਾ ਨਹੀਂ ਹੈ, ਯਾਨੀ ਕਿ ਉਹ ਕਿਸੇ ਦੇ ਦੇਣਦਾਰ ਨਹੀਂ ਹਨ। ਚੱਲ ਸੰਪत्ति ਦੀ ਗੱਲ ਕਰੀਏ ਤਾਂ ਬਾਵਾ ਹੈਨਰੀ ਦੀ ਕੁੱਲ ਚੱਲ ਸੰਪत्ति 9 ਕਰੋੜ 67 ਲੱਖ 52 ਹਜ਼ਾਰ ਰੁਪਏ ਹੈ, ਜਿਸ ਵਿੱਚੋਂ ਬਾਵਾ ਹੈਨਰੀ ਦੀ ਚੱਲ ਸੰਪत्ति 8 ਕਰੋੜ 76 ਲੱਖ 11 ਹਜ਼ਾਰ ਰੁਪਏ ਹੈ, ਜਦੋਂ ਕਿ ਪਤਨੀ ਹਰਸਿਰਤ ਕੋਲ 91 ਲੱਖ 41 ਹਜ਼ਾਰ ਰੁਪਏ ਦੀ ਚੱਲ ਸੰਪत्ति ਹੈ। ਕੈਸ਼ ਦੀ ਗੱਲ ਕਰੀਏ ਤਾਂ ਹੈਨਰੀ ਪਤੀ ਪਤਨੀ ਕੋਲ 3 ਲੱਖ 66 ਹਜ਼ਾਰ ਰੁਪਏ ਕੈਸ਼ ਹੈ, ਜਿਸ ਵਿੱਚੋਂ ਬਾਵਾ ਹੈਨਰੀ ਕੋਲ 3 ਲੱਖ 8 ਹਜ਼ਾਰ ਰੁਪਏ ਤੇ ਪਤਨੀ ਹਰਸਿਰਤ ਕੋਲ 57 ਹਜ਼ਾਰ ਰੁਪਏ ਕੈਸ਼ ਸੀ। ਕੈਸ਼ ਤੋਂ ਇਲਾਵਾ ਹੈਨਰੀ ਕੋਲ ਬੈਂਕਾਂ, ਵਿੱਤੀ ਅਤੇ ਗੈਰ ਬੈਂਕਿੰਗ ਸੰਸਥਾਵਾਂ ਵਿੱਚ 3 ਕਰੋੜ ਦੇ ਕਰੀਬ ਡਿਪੋਜ਼ਿਟ ਪਿਆ ਹੈ, ਜਿਸ ਵਿੱਚੋਂ 2 ਕਰੋੜ 82 ਲੱਖ 98 ਹਜ਼ਾਰ ਰੁਪਏ ਬਾਵਾ ਹੈਨਰੀ ਕੋਲ ਤੇ 18 ਲੱਖ ਰੁਪਏ ਉਹਨਾਂ ਦੀ ਪਤਨੀ ਦੇ ਨਾਮ ਤੇ ਡਿਪੋਜ਼ਿਟ ਨੇ। ਤੇ ਹੁਣ ਗੱਲ ਕਰ ਲੈਂਦੇ ਆ ਉਹਨਾਂ ਦੇ ਟਰਾਂਸਪੋਰਟ ਵਪਾਰ ਦੀ, ਜਿਸ ਵਿੱਚ ਵੱਡੀ ਰਕਮ ਬਾਵਾ ਹੈਨਰੀ ਨੇ ਨਿਵੇਸ਼ ਕੀਤੀ ਹੈ। ਬਾਵਾ ਹੈਨਰੀ ਦੇ ਕਰਤਾਰ ਬੱਸ ਸਰਵਿਸ 'ਚ 3 ਲੱਖ 43 ਹਜ਼ਾਰ ਦੀ ਕੀਮਤ ਦੇ ਸ਼ੇਅਰ ਨੇ। ਇਸ ਤੋਂ ਇਲਾਵਾ ਕਰਤਾਰ ਟੂਰਿਸਟ ਬੱਸ ਲਿਮਟਿਡ 'ਚ 10 ਹਜ਼ਾਰ ਦੀ ਕੀਮਤ ਦੇ ਸ਼ੇਅਰ ਨੇ। ਕਰਤਾਰ ਡਿਪੋਜ਼ਿਟ ਐਡਵਾਂਸ ਲਿਮਟਿਡ 'ਚ ਬਾਵਾ ਹੈਨਰੀ ਕੋਲ 2 ਲੱਖ 80 ਹਜ਼ਾਰ ਦੀ ਕੀਮਤ ਦੇ ਸ਼ੇਅਰ ਨੇ। NSS ਤੇ ਪੋਸਟਲ ਸੇਵਿੰਗ ਦੀ ਗੱਲ ਕਰੀਏ ਤਾਂ ਅਵਤਾਰ ਹੈਨਰੀ ਜੂਨੀਅਰ ਉਰਫ ਬਾਵਾ ਹੈਨਰੀ ਦੇ ਕੋਲ 6 ਲੱਖ 87 ਹਜ਼ਾਰ ਰੁਪਏ ਦੀ ਸੇਵਿੰਗ ਤੇ ਉਹਨਾਂ ਦੀ ਪਤਨੀ ਹਰਸਿਰਤ ਕੋਲ 3 ਲੱਖ 28 ਹਜ਼ਾਰ ਰੁਪਏ ਦੀ ਸੇਵਿੰਗ ਹੈ। ਇਸ ਤੋਂ ਇਲਾਵਾ ਬਾਵਾ ਹੈਨਰੀ ਨੇ 5 ਲੱਖ 45 ਹਜ਼ਾਰ ਰੁਪਏ ਦੀ ਜੀਵਨ ਬੀਮਾ ਪਾਲਿਸੀ ਵੀ ਕਰਵਾਈ ਹੋਈ ਹੈ। ਪਤਨੀ ਹਰਸਿਰਤ ਨੇ 8 ਲੱਖ 39 ਹਜ਼ਾਰ ਰੁਪਏ ਦੀ ਜੀਵਨ ਬੀਮਾ ਪਾਲਿਸੀ ਕਰਵਾਈ ਹੈ। ਜੇ ਗੱਲ ਵਾਹਨਾਂ ਦੀ ਕਰੀਏ ਤਾਂ ਟਰਾਂਸਪੋਰਟ ਦੇ ਬਿਜ਼ਨਸ ਤੋਂ ਹੋਣ ਕਾਰਨ ਹੈਨਰੀ ਜੋੜੇ ਕੋਲ ਕਾਰਾਂ ਤੋਂ ਲੈ ਕੇ ਟਰੱਕ ਤੱਕ ਮੌਜੂਦ ਨੇ। ਬਾਵਾ ਹੈਨਰੀ ਦੇ ਨਾਮ ਉਤੇ 16 ਟਰੱਕ, 1 ਕਾਰ, 1 ਜਿਪਸੀ, 1 ਮੋਟਰਸਾਈਕਲ ਹੈ, ਜਿਨ੍ਹਾਂ ਦੀ ਕੀਮਤ ਦਾ ਖੁਲਾਸਾ ਉਹਨਾਂ ਨੇ ਆਪਣੇ ਹਲਫਨਾਮੇ ਵਿੱਚ ਨਹੀਂ ਕੀਤਾ। ਵਾਹਨਾਂ ਦੇ ਮਾਮਲੇ ਵਿੱਚ ਬਾਵਾ ਹੈਨਰੀ ਦੀ ਪਤਨੀ ਹਰਸਿਰਤ ਵੀ ਘੱਟ ਨਹੀਂ ਹੈ। ਹਰਸਿਰਤ ਦੇ ਨਾਮ ਉਤੇ 3 ਟਰੱਕ, 1 ਕਾਰ ਹੈ, ਜਿਨ੍ਹਾਂ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਗਿਆ। ਸਿਆਣੇ ਕਹਿੰਦੇ ਨੇ ਬੰਦੇ ਦੀ ਅਮੀਰੀ ਦਾ ਪਤਾ ਉਸ ਦੇ ਗਹਿਣਿਆਂ ਤੋਂ ਲੱਗਦਾ ਹੈ। ਹੈਨਰੀ ਪਰਿਵਾਰ ਵੀ ਇਸ ਮਾਮਲੇ 'ਚ ਘੱਟ ਨਹੀਂ ਹੈ। ਬਾਵਾ ਹੈਨਰੀ ਕੋਲ 3 ਲੱਖ 50 ਹਜ਼ਾਰ ਦੇ ਗਹਿਣੇ ਨੇ, ਜਦੋਂ ਕਿ ਪਤਨੀ ਹਰਸਿਰਤ ਕੋਲ 10 ਲੱਖ ਦੇ ਗਹਿਣੇ ਨੇ। ਇਸ ਤੋਂ ਇਲਾਵਾ ਹੋਰ ਕੰਪਨੀਆਂ ਵਿੱਚ ਨਿਵੇਸ਼ ਦੀ ਗੱਲ ਕਰੀਏ ਤਾਂ ਜੂਨੀਅਰ ਅਵਤਾਰ ਸਿੰਘ ਕੰਪਨੀ ਵਿੱਚ ਬਾਵਾ ਹੈਨਰੀ ਦਾ 3 ਕਰੋੜ 43 ਲੱਖ 58 ਹਜ਼ਾਰ ਰੁਪਏ ਦਾ ਨਿਵੇਸ਼ ਹੈ। ਇਸ ਤੋਂ ਇਲਾਵਾ ਬਾਵਾ ਹੈਨਰੀ ਪੈਟਰੋਲ ਪੰਪਾਂ ਦੇ ਵੀ ਮਾਲਕ ਨੇ। ਉਹਨਾਂ ਨੇ ਕਰਤਾਰ ਪੈਟਰੋ ਪ੍ਰੋਡਕਟਸ ਵਿੱਚ 47 ਲੱਖ 8 ਹਜ਼ਾਰ ਰੁਪਏ, ਕਰਤਾਰ ਮਿਲਸ ਐਂਡ ਐਗਰੋ ਪ੍ਰੋਡਕਟ ਵਿੱਚ 87 ਲੱਖ ਰੁਪਏ ਤੇ ਕਰਤਾਰ ਡਿਪੋਜ਼ਿਟ ਐਂਡ ਐਡਵਾਂਸ ਕਾਰਪੋਰੇਸ਼ਨ ਵਿੱਚ 29 ਲੱਖ 97 ਹਜ਼ਾਰ ਰੁਪਏ ਦਾ ਨਿਵੇਸ਼ ਕੀਤਾ ਹੈ। ਹੀਰੋ ਬੱਸ ਸਰਵਿਸ ਵਿੱਚ ਬਾਵਾ ਹੈਨਰੀ ਨੇ 14 ਲੱਖ 73 ਹਜ਼ਾਰ ਰੁਪਏ ਤੇ ਕਰਤਾਰ ਕਾਰਪੋਰੇਸ਼ਨ ਟਰਾਂਸਪੋਰਟ ਸੁਸਾਇਟੀ ਵੱਲ 45 ਲੱਖ ਰੁਪਏ ਡਿਪੋਜ਼ਿਟ ਕੀਤੇ ਨੇ। ਦੂਜੇ ਪਾਸੇ ਪਤਨੀ ਹਰਸਿਰਤ ਦੇ ਨਾਮ ਉਤੇ 51 ਲੱਖ 14 ਹਜ਼ਾਰ ਰੁਪਏ ਦਾ ਹੈ ਡਿਪੋਜ਼ਿਟ। ਇਹ ਤਾਂ ਸੀ ਅਵਤਾਰ ਹੈਨਰੀ ਉਰਫ ਬਾਵਾ ਹੈਨਰੀ ਤੇ ਉਹਨਾਂ ਦੀ ਪਤਨੀ ਦੀ ਚੱਲ ਸੰਪत्ति ਦਾ ਬਿਊਰਾ। ਦੂਜੇ ਪਾਸੇ ਜੇ ਅਚਲ ਸੰਪत्ति ਦੀ ਗੱਲ ਕਰੀਏ ਤਾਂ ਜੂਨੀਅਰ ਹੈਨਰੀ ਤੇ ਉਹਨਾਂ ਦੀ ਪਤਨੀ ਦੇ ਕੋਲ 13 ਕਰੋੜ 76 ਲੱਖ ਰੁਪਏ ਦੀ ਅਚਲ ਸੰਪत्ति ਹੈ, ਜਿਸ ਵਿੱਚੋਂ ਬਾਵਾ ਹੈਨਰੀ ਕੋਲ 11 ਕਰੋੜ 68 ਲੱਖ 50 ਹਜ਼ਾਰ ਰੁਪਏ ਤੇ ਹਰਸਿਰਤ ਕੋਲ 2 ਕਰੋੜ 7 ਲੱਖ 54 ਹਜ਼ਾਰ ਰੁਪਏ ਦੀ ਅਚਲ ਸੰਪत्ति ਹੈ। ਖੇਤੀਬਾੜੀ ਵਿੱਚ ਵੀ ਬਾਵਾ ਹੈਨਰੀ ਕੋਲ ਚੰਗੀ ਖਾਸੀ ਜ਼ਮੀਨ ਹੈ।
ਬਾਵਾ ਹੈਨਰੀ ਕੋਲ ਜਲੰਧਰ ਤੇ ਮੋਗਾ 'ਚ 2 ਕਰੋੜ 43 ਲੱਖ ਦੀ ਕੀਮਤ ਦੀ ਖੇਤੀਬਾੜੀ ਜ਼ਮੀਨ ਹੈ, ਜਦੋਂ ਕਿ ਪਤਨੀ ਹਰਸਿਰਤ ਦੇ ਨਾਮ ਤੇ ਜਲੰਧਰ 'ਚ 2 ਕਰੋੜ 7 ਲੱਖ ਦੀ ਕੀਮਤ ਦੀ ਖੇਤੀਬਾੜੀ ਜ਼ਮੀਨ ਹੈ। ਖੇਤੀਬਾੜੀ ਜ਼ਮੀਨ ਤੋਂ ਇਲਾਵਾ ਉਹਨਾਂ ਕੋਲ ਅੰਮ੍ਰਿਤਸਰ ਤੇ ਪਿੰਡ 'ਚ 2.5 ਕਰੋੜ ਦੀ ਗੈਰ ਖੇਤੀਬਾੜੀ ਜ਼ਮੀਨ ਹੈ। ਹੈਨਰੀ ਪਰਿਵਾਰ ਬਿਜ਼ਨਸ ਮਾਈਂਡਡ ਪਰਿਵਾਰ ਹੈ। ਇਸ ਦਾ ਪਤਾ ਇਸ ਗੱਲ ਤੋਂ ਵੀ ਲੱਗਦਾ ਹੈ ਕਿ ਉਹਨਾਂ ਨੇ ਐਗਰੀਕਲਚਰ ਤੇ ਨਾਨ ਐਗਰੀਕਲਚਰ ਜ਼ਮੀਨ ਤੋਂ ਇਲਾਵਾ ਕਮਰਸ਼ੀਅਲ ਜ਼ਮੀਨ ਵਿੱਚ ਵੀ ਇਨਵੈਸਟ ਕੀਤਾ ਹੋਇਆ ਹੈ। ਸੂਰਾਨਸੀ ਸੁੱਚੀ ਪਿੰਡ 'ਚ ਉਹਨਾਂ ਦੀ 4 ਕਨਾਲ 8 ਮਰਲੇ ਜ਼ਮੀਨ ਹੈ, ਜਿਸ ਦੀ ਕੀਮਤ 2 ਕਰੋੜ 75 ਹਜ਼ਾਰ ਰੁਪਏ ਹੈ। ਘਰ ਦੀ ਗੱਲ ਕਰੀਏ ਤਾਂ ਬਾਵਾ ਹੈਨਰੀ ਜਲੰਧਰ ਦੇ ਮਾਡਲ ਟਾਊਨ 'ਚ 4 ਕਰੋੜ ਦੇ ਆਲੀਸ਼ਾਨ ਘਰ ਵਿੱਚ ਰਹਿੰਦੇ ਨੇ। ਹਾਲਾਂਕਿ ਉਹਨਾਂ ਦੇ ਪਿਤਾ ਅਵਤਾਰ ਹੈਨਰੀ ਸੀਨੀਅਰ ਦੇ ਨਾਮ ਉੱਤੇ ਜਲੰਧਰ ਵਿੱਚ ਕਈ ਸ਼ਾਨਦਾਰ ਘਰ ਨੇ। ਵੈਸੇ ਤਾਂ ਬਾਵਾ ਹੈਨਰੀ ਹਮੇਸ਼ਾ ਚਰਚਾਵਾਂ ਵਿੱਚ ਰਹੇ ਨੇ। ਆਪਣੇ ਪਿਤਾ ਲਈ ਚੋਣ ਪ੍ਰਚਾਰ ਕਰਦੇ ਹੋਏ ਉਹ ਸਿਆਸਤ ਵਿੱਚ ਪਹਿਲਾਂ ਹੀ ਇੱਕ ਜਾਣਿਆ ਪਛਾਣਿਆ ਨਾਮ ਤੇ ਚਿਹਰਾ ਬਣ ਚੁੱਕੇ ਸੀ, ਪਰ ਸਿਆਸਤ ਵਿੱਚ ਆਉਣ ਦਾ ਸਬਬ ਅਚਾਨਕ ਉਸ ਸਮੇਂ ਬਣਿਆ ਜਦੋਂ ਉਹਨਾਂ ਦੇ ਪਿਤਾ ਅਵਤਾਰ ਹੈਨਰੀ ਦੀ ਵੋਟ ਤੇ ਟਿਕਟ ਕੱਟੀ ਆਈ। ਦੱਸ ਦਈਏ ਕਿ ਸੀਨੀਅਰ ਹੈਨਰੀ ਯਾਨੀ ਬਾਵਾ ਹੈਨਰੀ ਦੇ ਪਿਤਾ ਅਵਤਾਰ ਸਿੰਘ ਹੈਨਰੀ ਦੀ ਵੋਟ ਬ੍ਰਿਟਿਸ਼ ਨਾਗਰਿਕਤਾ ਹੋਣ ਦੇ ਕਾਰਨ ਕੱਟੀ ਗਈ ਸੀ, ਜਿਸ ਕਾਰਨ ਉਹਨਾਂ ਨੇ ਆਪਣੇ ਬੇਟੇ ਬਾਵਾ ਹੈਨਰੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ। ਅਵਤਾਰ ਹੈਨਰੀ ਮੂਲ ਰੂਪ ਵਿੱਚ ਪੰਜਾਬ ਦੇ ਬਿਲਗਾ ਤੇ ਰਹਿਣ ਵਾਲੇ ਨੇ। ਕਰੀਬ 7 ਸਾਲ ਉਹਨਾਂ ਨੇ ਇੰਗਲੈਂਡ ਵਿੱਚ ਬਿਤਾਏ, ਉੱਥੇ ਕੰਮ ਕੀਤਾ ਬ੍ਰਿਟਿਸ਼ ਦੀ ਨਾਗਰਿਕਤਾ ਲਈ, ਤੇ ਜਦੋਂ ਦੇਸ਼ ਵਾਪਸੀ ਕੀਤੀ ਤਾਂ ਅਵਤਾਰ ਸਿੰਘ ਸੰਘੇੜਾ ਤੋਂ ਅਵਤਾਰ ਸਿੰਘ ਹੈਨਰੀ ਬਣ ਗਏ ਤੇ ਫਿਰ ਅਵਤਾਰ ਹੈਨਰੀ ਹੋ ਗਏ। ਬ੍ਰਿਟੇਨ ਦੀ ਨਾਗਰਿਕਤਾ ਲੈਣ ਦੇ ਬਾਵਜੂਦ ਹੈਨਰੀ ਭਾਰਤ ਵਿੱਚ ਰਹੇ ਤੇ ਭਾਰਤੀ ਨਾਗਰਿਕਤਾ ਨਹੀਂ ਲਈ। ਇਸ ਗਲਤੀ ਦੇ ਚੱਕਰ ਵਿੱਚ ਉਹਨਾਂ ਨੂੰ ਆਪਣੀ ਟਿਕਟ ਕਟਵਾਉਣੀ ਪਈ ਤੇ ਬਾਵਾ ਹੈਨਰੀ ਨੇ ਉਹਨਾਂ ਦੀ ਵਿਰਾਸਤ ਨੂੰ ਸੰਭਾਲ ਲਿਆ। ਸ਼ੁਰੂਆਤੀ ਦਿਨਾਂ ਵਿੱਚ ਹੈਨਰੀ ਨੇ ਕਰਤਾਰ ਬੱਸ ਸਰਵਿਸ ਵਿੱਚ ਮੈਨੇਜਰ ਦੇ ਤੌਰ ਤੇ ਕੰਮ ਕੀਤਾ, ਹਾਲਾਂਕਿ ਬਾਅਦ ਵਿੱਚ ਉਹਨਾਂ ਨੇ ਇਸ ਨੂੰ ਖਰੀਦ ਲਿਆ। ਹੈਨਰੀ ਦੀ ਨਾਗਰਿਕਤਾ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਇੰਗਲੈਂਡ ਵਿੱਚ ਪਹਿਲੇ ਵਿਆਹ ਤੋਂ ਹੋਏ ਬੇਟੇ ਗੁਰਜੀਤ ਸਿੰਘ ਨਾਲ ਵਿਵਾਦ ਹੋ ਗਿਆ। 2009 ਵਿੱਚ ਗੁਰਜੀਤ ਨੇ ਹੈਨਰੀ ਉੱਤੇ ਕੇਸ ਕਰ ਦਿੱਤਾ, ਜੋ ਬਾਅਦ ਵਿੱਚ ਬੰਦ ਹੋ ਗਿਆ। ਸਾਲ 2011 ਵਿੱਚ ਆਰਟੀਆਈ ਐਕਟਿਵਿਸਟ ਅਜੇ ਸਹਿਗਲ ਨੇ ਕੇਸ ਕੀਤਾ, ਜਿਸ ਤੋਂ ਬਾਅਦ 2012 ਵਿੱਚ ਹੈਨਰੀ ਦੀ ਵੋਟ ਰੱਦ ਹੋ ਗਈ ਸੀ। ਬੇਟੇ ਗੁਰਜੀਤ ਨੇ ਹੈਨਰੀ ਉੱਤੇ ਗੈਂਗਸਟਰਾਂ ਨੂੰ ਸ਼ੈਲਟਰ ਦੇਣ ਦੇ ਆਰੋਪ ਲਗਾਏ ਸੀ। ਗੁਰਜੀਤ ਨੇ ਆਪਣੇ ਹੀ ਪਿਤਾ ਉੱਤੇ ਆਰੋਪ ਲਗਾਉਂਦੇ ਹੋਏ 2017 ਵਿੱਚ ਆਪ ਜੁਆਇਨ ਕਰ ਲਈ ਸੀ। ਇਸ ਤੋਂ ਪਹਿਲਾਂ ਉਸਨੇ ਅਕਾਲੀ ਦਲ ਜੁਆਇਨ ਕੀਤੀ ਸੀ। ਬਾਵਾ ਹੈਨਰੀ ਦੇ ਨਿੱਜੀ ਜੀਵਨ ਦੀ ਗੱਲ ਕਰੀਏ ਤਾਂ ਉਹਨਾਂ ਦੀ ਪਤਨੀ ਦਾ ਨਾਮ ਹਰਸਿਰਤ ਸੰਘੇੜਾ ਹੈ। ਦੋਹਾਂ ਦਾ ਵਿਆਹ 13 ਜੁਲਾਈ 2010 ਨੂੰ ਹੋਇਆ ਸੀ। ਦੋਹਾਂ ਦਾ ਇੱਕ ਬੇਟਾ ਵੀ ਹੈ। ਬਾਵਾ ਹੈਨਰੀ ਅਕਸਰ ਆਪਣੇ ਬੇਟੇ ਨਾਲ ਸੈਰ ਕਰਦੇ ਜਾਂ ਜਿਮ 'ਚ ਦਿਖਾਈ ਦੇ ਜਾਂਦੇ ਨੇ। ਕਿਸਾਨੀ ਅੰਦੋਲਨ ਵਿੱਚ ਵੀ ਬਾਵਾ ਹੈਨਰੀ ਦਾ ਬੇਟਾ ਟਰੈਕਟਰ ਚਲਾ ਕੇ ਪਹੁੰਚਿਆ ਤਾਂ ਉਹਨਾਂ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਸੀ। ਸੋ ਇਹ ਸੀ ਬਾਵਾ ਹੈਨਰੀ ਦੀ ਸੰਪਤੀ ਤੇ ਉਹਨਾਂ ਦੇ ਨਿੱਜੀ ਜੀਵਨ ਬਾਰੇ ਟੀਵੀ ਪੰਜਾਬ ਦੀ ਖਾਸ ਰਿਪੋਰਟ। ਜੇ ਅਕਾਲੀ ਦਲ ਦੇ ਨੇਤਾ ਟਰਾਂਸਪੋਰਟਰ ਨੇ ਤਾਂ ਕਹਿ ਸਕਦੇ ਹਾਂ ਕਿ ਕਾਂਗਰਸ ਦੇ ਨੇਤਾ ਵੀ ਘੱਟ ਨਹੀਂ ਹਨ। ਸਿਆਸਤ ਦੇ ਨਾਲ-ਨਾਲ ਇਹਨਾਂ ਲੋਕਾਂ ਨੇ ਆਪਣੇ ਬਿਜ਼ਨਸ ਵੀ ਚਮਕਾ ਰੱਖੇ ਨੇ। ਤੁਹਾਡੀ ਇਸ ਬਾਰੇ ਕੀ ਰਾਏ ਹੈ, ਦੱਸਣਾ ਨਾ ਭੁੱਲਣਾ। ਬਿਊਰੋ ਰਿਪੋਰਟ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।